ਸਵਾਗਤ। ਬੇहद ਸੰਵੇਦਨਸ਼ੀਲ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੈ। ਵਾਪਰ ਰਹੀਆਂ ਘਟਨਾਵਾਂ ਔਰ ਤੱਥ ਤਸਦੀਕ ਕਰਦੇ ਆ ਔਰ ਵਿਆਖਿਆ ਦੀ ਮੰਗ ਕਰਦੇ ਆ ਕਿ ਅਸੀਂ ਕਿਸ ਦਿਸ਼ਾ ਨੂੰ ਵਧ ਰਹੇ ਹਾਂ। ਕਿ ਕੇਂਦਰ ਪੰਜਾਬ ਨੂੰ ਲੈ ਕੇ ਕੋਈ ਖਾਸ ਵਿਉਂਤਬੰਦੀ ਕਰ ਰਿਹਾ? ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਸਿਆਣੇ ਆਗੂ ਕੇਂਦਰ ਦੇ ਵਿਛਾਏ ਜਾਲ 'ਚ ਫਸੇ ਹੋਏ ਨੇ? ਕਿ ਪੰਜਾਬ ਦੇ ਵੱਡੇ ਆਗੂ ਰਾਜਨੀਤਿਕ ਪਾਰਟੀਆਂ ਦੇ ਘਾਗ ਸਿਆਸਤਦਾਨ ਖੌਫ 'ਚ ਜੀ ਰਹੇ ਨੇ? ਇਹਨਾਂ ਸਵਾਲਾਂ ਨੂੰ ਸਿੱਧਾ ਐਡਰੈਸ ਕਰਾਂਗੇ ਕਿਉਂਕਿ ਵਾਪਰ ਰਿਹਾ ਘਟਨਾਕ੍ਰਮ ਉਸੇ ਹੀ ਦਿਸ਼ਾ ਨੂੰ ਜਾ ਰਿਹਾ ਜਿਸ ਦਿਸ਼ਾ ਨੂੰ ਅਸੀਂ ਅਤੀਤ ਵਿੱਚ ਵਧਦੇ ਰਹੇ ਹਾਂ। ਕਿਸਾਨ ਜਥੇਬੰਦੀਆਂ ਨੇ 10 ਤਰੀਕ ਨੂੰ ਇੱਕ ਮੀਟਿੰਗ ਸੱਦੀ ਹੈ ਜਿਹਦੇ ਵਿੱਚ ਉਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਬੁਲਾ ਰਹੇ ਆ ਕਿ ਅੱਗੇ ਕੀ ਹੋਵੇ। ਪੰਜਾਬ ਦੀ ਰਾਜਨੀਤਿਕ ਸਰਗਰਮੀ ਜਿਹੜੀ ਖੜੋਤ ਦਾ ਸ਼ਿਕਾਰ ਹੈ ਉਹਨੂੰ ਕੀ ਦਿਸ਼ਾ ਦਿੱਤੀ ਜਾਵੇ। ਨੋ ਡਾਊਟ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਇਹ ਕਹਿ ਚੁੱਕੀਆਂ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਆ ਸਿਆਸੀ ਸਰਗਰਮੀ ਤੋਂ ਬਚਿਆ ਜਾਵੇ। ਨਿਸ਼ਚਿਤ ਤੌਰ ਤੇ ਉਹਨਾਂ ਦਾ ਸਟੈਂਡ ਇਹੀ ਰਹੂਗਾ, ਲੇਕਿਨ ਇਸ ਸਟੈਂਡ ਤੇ ਚੱਲਦਿਆਂ ਕੇਂਦਰ ਵੱਲੋਂ ਕੀਤੀ ਜਾ ਰਹੀ ਸਰਗਰਮੀ ਪੰਜਾਬ ਨੂੰ ਕਿਸ ਦਿਸ਼ਾ 'ਚ ਲੈ ਕੇ ਜਾਊਗੀ ਇਹਨੂੰ ਸਮਝਣ ਦੀ ਬੇਹੱਦ ਜ਼ਰੂਰਤ ਹੈ ਔਰ ਬਹੁਤ ਨੀਝ ਲਾ ਕੇ ਦੇਖਣ ਦੀ ਲੋੜ ਹੈ ਕਿ ਆਖਰ ਪਰਦੇ ਓਲੇ ਵਾਪਰ ਕੀ ਰਿਹਾ। ਇਹਦਾ ਸਿੱਧਾ ਸੰਬੰਧ, ਇਹਦਾ ਕੰਸਰਨ ਅਤੀਤ ਨਾਲ, ਇਤਿਹਾਸ ਨਾਲ ਹੈ। 1986-87 ਦੇ ਵਿੱਚ ਬਰਨਾਲਾ ਸਰਕਾਰ ਵੇਲੇ ਸਿਧਾਰਥ ਸ਼ੰਕਰ ਰੇ ਜਦੋਂ ਗਵਰਨਰ ਸੀਗੇ ਉਦੋਂ ਵੀ ਕੁਝ ਐਸਾ ਵਾਪਰਿਆ ਸੀ, ਉਹਦਾ ਜ਼ਿਕਰ ਛੇੜਾਂਗੇ। 1992 ਦੇ ਵਿੱਚ ਜਦੋਂ ਬੇਅੰਤ ਸਿੰਘ ਸਰਕਾਰ ਹੋਂਦ ਚ ਆਉਂਦੀ ਆ ਉਦੋਂ ਖਾੜਕੂਆਂ ਵੱਲੋਂ ਸਿਆਸੀ ਸਰਗਰਮੀਆਂ ਨੂੰ ਬ੍ਰੇਕ ਲਾਤੀ ਗਈ ਸੀ ਔਰ ਕਾਂਗਰਸ ਸੱਤਾ ਚ ਆਉਂਦੀ ਆ, ਉਹਦੇ ਤੇ ਵੀ ਜ਼ਿਕਰ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਦੇਖਣ ਦੀ ਲੋੜ ਆ ਕਿ ਕੇਂਦਰ ਆਖਰ ਕਿਸ ਦਿਸ਼ਾ ਨੂੰ ਵਧ ਰਿਹਾ। ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਦਾ ਕਾਰਜਕਾਲ ਖਤਮ ਹੁੰਦਾ ਹੈ ਤੇ ਉਹਨਾਂ ਦੀ ਜਗ੍ਹਾ ਤਾਮਿਲਨਾਡੂ ਦੇ ਰਾਜਪਾਲ ਪ੍ਰੋਤ ਸਾਹਿਬ ਨੂੰ ਪੰਜਾਬ ਦਾ ਕਾਰਜਭਾਰ ਸੌਂਪਿਆ ਜਾਂਦਾ ਹੈ। ਉਹ ਆਨਨ ਫਾਨਨ ਦੇ ਵਿੱਚ ਉਹ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਵਿੱਚ ਆਉਂਦੇ ਨੇ, ਆਪਣਾ ਹਲਫ ਲੈਂਦੇ ਨੇ ਤੇ ਉਸ ਤੋਂ ਬਾਅਦ ਸਰਗਰਮੀ ਵਿੱਢਦੇ ਆ। ਪੰਜਾਬ ਰਾਜ ਭਵਨ ਤੋਂ ਪੰਜਾਬ ਦੇ ਇੱਕ ਆਲਾ ਅਧਿਕਾਰੀ ਨੂੰ ਫੋਨ ਖੜਕਦਾ ਹੈ ਕਿ ਗਵਰਨਰ ਸਾਹਿਬ ਪੰਜਾਬ ਦੇ ਅਫਸਰਾਂ ਨੂੰ ਮਿਲਣਾ ਚਾਹੁੰਦੇ ਆ। ਅਧਿਕਾਰੀ ਅਸਮਰਥਾ ਜ਼ਾਹਰ ਕਰਦਾ ਹੈ ਕਿ ਪ੍ਰੋਟੋਕਾਲ ਅਲਾਓ ਨਹੀਂ ਕਰਦਾ, ਕਿਉਂ ਨਾ ਮੁੱਖ ਮੰਤਰੀ ਨੂੰ ਸ਼ਾਮਲ ਕਰ ਲਿਆ ਜਾਵੇ। ਤੇ ਮੁੱਖ ਮੰਤਰੀ ਸਾਹਿਬ ਸੌਖਿਆਂ ਇਹਦੇ 'ਚ ਸ਼ਾਮਲ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਗਵਰਨਰ ਦੇ ਨਾਲ ਪੁਰਾਣੇ ਕਾਂਗਰਸੀ ਹੋਣ ਦੇ ਨਾਤੇ ਇੱਕ ਸਹਿਚਾਰ ਸੀਗਾ ਔਰ ਗਵਰਨਰ ਦੇ ਨਾਲ ਮੀਟਿੰਗ ਤੈਅ ਹੋ ਜਾਂਦੀ ਆ। ਰਾਜ ਭਵਨ ਦੇ ਵਿੱਚ ਪੰਜਾਬ ਦੇ ਆਲਾ ਅਧਿਕਾਰੀ ਗਵਰਨਰ ਸਾਹਿਬ ਔਰ ਮੁੱਖ ਮੰਤਰੀ ਦੇ ਨਾਲ ਸੱਜੇ ਹੋਏ ਨੇ। ਪੰਜਾਬ ਦੀ ਰਾਜਨੀਤੀ ਦੇ ਉੱਤੇ ਗੱਲ ਹੋ ਰਹੀ ਆ। ਰਸਮੀ ਜਾਣ ਪਛਾਣ ਤੋਂ ਬਾਅਦ ਇੱਕ ਫੀਡਬੈਕ ਦਾ ਵੀ ਸੈਸ਼ਨ ਹੁੰਦਾ ਹੈ। ਇਸ ਤੋਂ ਅੱਗੇ ਘਟਨਾ ਹੋਰ ਅੱਗੇ ਵੱਧਦੀ ਆ ਜਦੋਂ ਪੰਜਾਬ ਦੇ ਪੁਲਿਸ ਪ੍ਰਮੁੱਖ ਔਰ ਇੰਟੈਲੀਜੈਂਸ ਦੇ ਮੁਖੀ ADGP ਸਾਹਿਬ ਉਹਨਾਂ ਨੂੰ ਇੱਕ ਵੱਖਰੀ ਮੀਟਿੰਗ ਲਈ ਬੁਲਾਇਆ ਜਾਂਦਾ ਹੈ। ਮੁੱਖ ਮੰਤਰੀ ਦੀ ਭਾਵੇਂ ਇਹਦੇ 'ਚ ਸਹਿਮਤੀ ਸੀ, ਲੇਕਿਨ ਪੰਜਾਬ ਦੀ ਸਥਿਤੀ ਨੂੰ ਘੋਖਿਆ ਜਾਂਦਾ ਹੈ। ਇਹ ਬਹੁਤ ਅਹਿਮ ਵਰਤਾਰਾ ਹੈ ਕਿਉਂਕਿ ਇਹ ਸਾਰੀ ਸਮੀਖਿਆ ਤੋਂ ਬਾਅਦ ਰਾਜਪਾਲ ਸਾਹਿਬ ਉਡਾਨ ਭਰਦੇ ਦਿੱਲੀ ਨੂੰ ਔਰ ਗ੍ਰਹਿ ਮੰਤਰੀ ਨੂੰ ਮਿਲਦੇ ਆ ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਆ, ਜਿਹਦੀਆਂ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਤੁਸੀਂ ਸਾਰੇ ਜਾਣਦੇ ਹੋ। ਸੋ ਕੇਂਦਰ ਪੰਜਾਬ ਨੂੰ ਲੈ ਕੇ ਇੱਕ ਵਿਉਂਤਬੰਦੀ ਦੇ ਤਹਿਤ ਚੱਲ ਰਿਹਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਸਟੇਟ ਸੰਵੇਦਨਸ਼ੀਲ ਆ, ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੀ ਹੈ, ਕੇਂਦਰ ਦੇ ਸਰੋਕਾਰ ਆਪਣੀ ਜਗ੍ਹਾ ਨੇ, ਲੇਕਿਨ ਪੰਜਾਬ ਦੇ ਵਿੱਚ ਸਮੂਥ ਰਾਜਨੀਤਿਕ ਸਰਕਾਰ ਚੱਲਦਿਆਂ ਗਵਰਨਰ ਦੀ ਇਸ ਤਰ੍ਹਾਂ ਦੀ ਸਰਗਰਮੀ ਨੂੰ ਅਸੀਂ ਅਤੀਤ ਵਿੱਚ 1986 ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਉਹਦੇ ਨਾਲ ਜ਼ਰੂਰ ਜੋੜ ਕੇ ਦੇਖਣਾ ਚਾਹਾਂਗੇ। ਤੁਸੀਂ ਇਤਿਹਾਸ ਦੇ ਝਰੋਖਿਆਂ 'ਚ ਝਾਕਿਓ, ਤੁਹਾਨੂੰ ਨਜ਼ਰ ਆਊਗਾ ਕਿ ਸੁਰਜੀਤ ਸਿੰਘ ਬਰਨਾਲਾ ਸਰਕਾਰ 1987 ਦੇ ਵਿੱਚ ਚਲੇ ਜਾਂਦੀ ਹੈ। ਉਸ ਵੇਲੇ ਗਵਰਨਰ ਸਿਧਾਰਥ ਸ਼ੰਕਰ ਰੇ ਸੀ ਜਿਨ੍ਹਾਂ ਨੇ ਆਪਣੀ ਜਨਤਕ ਜੀਵਨ ਦੀ ਸਰਗਰਮੀ ਵਿੱਢਤੀ ਸੀ। ਉਸ ਵੇਲੇ ਦੇ ਚੀਫ ਸੈਕਟਰੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਮੇਰੀ ਸਿੱਧੀ ਅਫਸਰਾਂ ਨਾਲ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਵੇ। ਉਹ ਮੁਲਾਕਾਤਾਂ ਹੋਣੀਆਂ ਸ਼ੁਰੂ ਹੋਈਆਂ ਕਿਉਂਕਿ ਬਰਨਾਲਾ ਸਾਹਿਬ ਸ਼ੁਰੂਆਤੀ ਵਿਰੋਧ ਦੇ ਬਾਵਜੂਦ ਸਰੈਂਡਰ ਕਰ ਦਿੰਦੇ ਆ ਤੇ ਫਿਰ 1987 ਦੇ ਵਿੱਚ ਗਵਰਨਰ ਰੂਲ ਲੱਗਦਾ ਹੈ ਜਿਹੜਾ ਪੰਜਾਬ ਦਾ ਨਸੀਬ ਬਣਦਾ। ਦੇਰ ਤੱਕ ਫਿਰ ਉਹ ਅੱਗੇ ਬਾਰ-ਬਾਰ ਜਿਹੜਾ ਉਹ ਰਿਕਮੈਂਡੇਸ਼ਨ ਆਉਂਦੀਆਂ ਨੇ ਔਰ ਪਾਰਲੀਮੈਂਟ ਦੇ ਵਿੱਚ ਉਹ ਅਮੈਂਡਮੈਂਟ ਆਉਂਦੀਆਂ ਰਹਿੰਦੀਆਂ। ਖੈਰ, ਮੈਂ ਨਹੀਂ ਕਹਿ ਰਿਹਾ ਕਿ ਪ੍ਰੋਤ ਸਾਹਿਬ ਦੀ ਸਰਗਰਮੀ ਔਰ 1986 ਵਾਲੀ ਸਰਗਰਮੀ 'ਚ ਕੋਈ ਸਮਾਨਤਾ ਹੈ, ਲੇਕਿਨ ਜਦੋਂ ਕੇਂਦਰ ਕਿਸੇ ਵੀ ਜਗ੍ਹਾ ਕਿਸੇ ਵੀ ਸਟੇਟ ਦੀ ਸਥਿਤੀ ਨੂੰ ਆਪਣੀ ਨਜ਼ਰੋਂ ਵੇਖਦਾ ਹੈ ਤਾਂ ਕੋਈ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਦੋਂ ਵੀ ਰਾਜਨੀਤਿਕ ਖੜੋਤ ਆਊਗੀ ਤਾਂ ਕੇਂਦਰ ਉਹਦੇ ਚ ਦਖਲ ਦੇਣ ਲਈ ਡੈਫੀਨੇਟਲੀ ਉਹਦੇ ਕੋਲ ਬਹਾਨਾ ਹੁੰਦਾ ਹੈ, ਨਿਸ਼ਚਿਤ ਤੌਰ ਤੇ ਉਹਦੇ ਕੋਲ ਬਹਾਨਾ ਮਿਲ ਜਾਂਦਾ ਹੈ ਔਰ ਕੁਝ ਵੀ ਕਰ ਸਕਦਾ। ਲੇਕਿਨ ਦੂਜੀ ਘਟਨਾ ਜਿਹੜੀ ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਿਕ ਸਰਗਰਮੀਆਂ ਨੂੰ ਠੱਪਣ ਲਈ, ਰੋਕਣ ਲਈ ਜਿਸ ਤਰ੍ਹਾਂ ਦੀ ਕਵਾਇਦ ਕੀਤੀ ਜਾ ਰਹੀ ਆ, ਇਹਦੇ ਨਾਲ ਜੁੜਦੀ ਗੱਲ ਆ। ਤੁਹਾਨੂੰ ਯਾਦ ਹੋਊਗਾ ਕਿ 1992 ਜਦੋਂ ਖਾੜਕੂਵਾਦ ਚਰਮ ਸੀਮਾ ਤੇ ਸੀਗਾ ਔਰ ਪੰਜਾਬ ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਜਾਂਦੀ ਆ, ਖਾੜਕੂ ਇਹਦਾ ਬਾਈਕਾਟ ਕਰ ਦਿੰਦੇ ਆ ਔਰ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਇਹਦੇ ਪਿੜ ਚੋਂ ਬਾਹਰ ਹੋ ਜਾਂਦੀਆਂ। ਕਾਂਗਰਸ ਇਲੈਕਸ਼ਨ ਲੜਦੀ ਹੈ ਔਰ ਉਹ ਸਰਕਾਰ ਬਣਾ ਜਾਂਦੀ ਆ। ਬੇਅੰਤ ਸਿੰਘ ਦੀ ਅਗਵਾਈ ਦੇ ਵਿੱਚ ਉਹ ਸਰਕਾਰ ਧੜੱਲੇ ਨਾਲ ਚੱਲਦੀ ਆ। ਇਹਦੇ ਚ ਕੋਈ ਹੁਣ ਕਹਿਣ ਸੁਣਨ ਵਾਲੀ ਗੱਲ ਨਹੀਂ ਕਿ ਭਾਵੇਂ 15-16% ਵੋਟਾਂ ਲੈ ਕੇ ਬਣੀ ਸਰਕਾਰ ਆਪਣਾ ਪੂਰਾ ਕਾਰਜਕਾਲ ਕਰਦੀ ਹੈ ਤੇ ਨਾਲ ਦੀ ਨਾਲ ਹੀ ਪੰਜਾਬ ਦੇ ਜਨ ਜੀਵਨ ਤੇ ਵੀ ਉਹਦਾ ਅਸਰ ਰਹਿੰਦਾ। ਸਰਕਾਰ ਚੁਣੀ ਹੋਈ ਡੈਮੋਕ੍ਰੈਟਿਕ ਸੈਟਅਪ ਰਾਹੀਂ ਭਾਵੇਂ ਕਿੰਨੇ ਪ੍ਰਤੀਸ਼ਤ ਵੋਟਾਂ ਨਾ ਹੋਵੇ, ਉਹਦੀ ਮਾਨਤਾ ਉਨੀ ਆ ਜਿੰਨੀ ਸਧਾਰਨ ਹਾਲਤਾਂ 'ਚ ਬਣੀ ਸਰਕਾਰ ਦੀ ਹੁੰਦੀ ਹੈ। ਸੋ ਹੁਣ ਮੁੜ ਕੇ ਮੈਂ ਇਸ ਗੱਲ ਤੇ ਵਾਪਸ ਆਉਣਾ ਚਾਹੂੰਗਾ ਕਿ ਪੰਜਾਬ ਦੀ ਰਾਜਨੀਤਿਕ ਸਰਗਰਮੀ ਔਰ ਕੇਂਦਰ ਦਾ ਵਿਊ ਪੁਆਇੰਟ, ਇਹ ਦੋ ਚੀਜ਼ਾਂ ਤੇ ਕਿਸਾਨ ਜਥੇਬੰਦੀਆਂ ਦਾ ਅਪਰੋਚ ਤੇ ਇਹ ਸਾਰੇ ਕੁਝ ਦੇ ਵਿੱਚ ਪੰਜਾਬ ਦੇ ਘਾਗ ਸਿਆਸੀ ਆਗੂਆਂ ਦਾ, ਸਥਾਨਕ ਵੱਡੇ ਧਨੰਤਰਾਂ ਦਾ ਡਰ ਜਾਣਾ, ਖੌਫ ਦੇ ਵਿੱਚ ਆਉਣਾ ਔਰ ਸਹਿਜ ਵਿੱਚ ਨਾ ਹੋਣਾ, ਇਹ ਬੜਾ ਵੱਡਾ ਸਵਾਲ ਹੈ। ਮੈਂ ਇਹਦੇ ਚ ਦੋ ਗੱਲਾਂ ਕਰੂੰਗਾ। 10 ਤਰੀਕ ਵਾਲੇ ਦਿਨ ਕਿਸਾਨ ਜਥੇਬੰਦੀਆਂ ਨੇ ਪਾਰਟੀਆਂ ਦੇ ਆਗੂ ਬੁਲਾਏ ਆ ਤੇ ਪੰਜਾਬ ਦੇ ਵਿੱਚ ਸਿਆਸੀ ਖੜੋਤ ਤੋੜੀ ਜਾਵੇ ਜਾਂ ਅੱਗੇ ਵਧਾਈ ਜਾਵੇ ਜਾਂ ਇਹਨੂੰ ਅਜੇ ਹੋਲਡ ਤੇ ਰੱਖਿਆ ਜਾਵੇ, ਇਹਦੇ ਤੇ ਫੈਸਲਾ ਹੋਣਾ। ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੁਣਨਗੀਆਂ ਵੀ ਔਰ ਉਹਦੇ ਉੱਤੇ ਆਪਣਾ ਫੈਸਲਾ ਵੀ ਦੇਣਗੀਆਂ। ਹਾਲਾਂਕਿ 2 ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ, ਇਹ ਗੱਲ ਮੈਂ ਰਿਪੀਟ ਕਰ ਰਿਹਾ, ਕਿ ਕਹਿ ਚੁੱਕਿਆ ਕਿ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਉਦੋਂ ਤੱਕ ਨਾ ਕੀਤੀਆਂ ਜਾਣ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ। ਸੋ ਐਸੀ ਸਥਿਤੀ ਦੇ ਵਿੱਚ ਉਹਨਾਂ ਦਾ ਫੈਸਲਾ ਕਿੰਨਾ ਬਦਲਦਾ ਹੈ, ਇਸ ਮੀਟਿੰਗ ਦੇ ਵਿੱਚ ਉਹ ਕਿਹੋ ਜਿਹਾ ਰੁਖ ਅਖਤਿਆਰ ਕਰਦੇ, ਇਹਨੂੰ ਦੇਖਣਾ ਹੋਊਗਾ। ਲੇਕਿਨ ਸਿਆਸੀ ਪਾਰਟੀਆਂ ਦੀ ਅਪਰੋਚ ਜ਼ਰੂਰ ਦੇਖ ਲੈਣੀ ਚਾਹੀਦੀ। ਸਭ ਤੋਂ ਪਹਿਲਾਂ ਅਸੀਂ ਇਹਨੂੰ ਅਕਾਲੀ ਦਲ ਦੇ ਨਜ਼ਰੀਏ ਤੋਂ ਲਵਾਂਗੇ, ਕਿਉਂਕਿ ਅਕਾਲੀ ਦਲ ਨੇ 100 ਹਲਕੇ 100 ਦਿਨ ਦੀ ਮੁਹਿੰਮ ਤੇਜ਼ੀ ਨਾਲ ਅੱਗੇ ਵਧਾਈ ਸੀ। ਕਈ ਹਲਕੇ ਉਹਨਾਂ ਕਵਰ ਵੀ ਕੀਤੇ ਤੇ ਕਈ ਜਗ੍ਹਾ ਤੇ ਕੈਂਡੀਡੇਟ ਅਨਾਉਂਸ ਵੀ ਕੀਤੇ। ਟਕਰਾਅ ਦੀਆਂ ਖਬਰਾਂ ਵੀ ਰਹੀਆਂ। ਮੋਗੇ 'ਚ ਲਾਠੀ ਚਾਰਜ ਹੁੰਦਾ ਹੈ ਤੇ ਉਹ ਕਾਲੀ ਦੇ ਵਿੱਚ ਆਪਣੀ ਕੋਰ ਕਮੇਟੀ ਸੱਦਦੇ ਆ, ਜਿਹੜੀ ਕੋਰ ਕਮੇਟੀ ਦੇ ਵਿੱਚ ਫੈਸਲਾ ਹੁੰਦਾ ਕਿ ਆਪਣੀ ਇਸ ਮੁਹਿੰਮ ਨੂੰ ਸਸਪੈਂਡ ਕਰ ਦਿਓ, ਬ੍ਰੇਕ ਲਾ ਦਿਓ ਕੁਝ ਦਿਨਾਂ ਲਈ ਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਗੇ ਤੋਰੋ। ਹੁਣ ਉਸ ਕੋਰ ਕਮੇਟੀ ਦੀ ਮੀਟਿੰਗ 'ਚ ਕੀ ਵਾਪਰਦਾ, ਉਹਦਾ ਜ਼ਿਕਰ ਕਰਨਾ ਵੀ ਬੜਾ ਜ਼ਰੂਰੀ। ਕੋਰ ਕਮੇਟੀ ਦੀ ਮੀਟਿੰਗ 'ਚ ਬਹੁਤ ਸਾਰੇ ਮੈਂਬਰਾਂ ਦੀ ਇਹ ਰਾਏ ਸੀ ਕਿ ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨਾਲ, ਆਗੂਆਂ ਨਾਲ ਗੱਲਬਾਤ ਚਲਾ ਲਈ ਜਾਵੇ, ਲੇਕਿਨ ਸਮਾਨਾਂਤਰ ਇਹ ਮੁਹਿੰਮ ਵੀ ਰੋਕੀ ਨਾ ਜਾਵੇ। ਮਤਲਬ ਇੱਕ ਪਾਸੇ ਕਿਸਾਨਾਂ ਨਾਲ ਗੱਲ ਚੱਲਦੀ ਰਹੇ, ਦੂਜੇ ਬੰਨੇ ਮੁਹਿੰਮ ਚੱਲਦੀ ਰਹੇ 100 ਹਲਕਾ 100 ਦਿਨ। ਲੇਕਿਨ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਸਖਤੀ ਨਾਲ ਵੀਟੋ ਕੀਤਾ ਔਰ ਇਹ ਫੈਸਲਾ ਹੀ ਦਿੱਤਾ, ਉਹਨਾਂ ਨੇ ਇਹ ਫੈਸਲਾ ਹੀ ਦਿੱਤਾ ਕਿ ਇਹਦਾ ਕੋਈ ਅਰਥ ਨਹੀਂ ਰਹੂਗਾ ਕਿ ਜੇ ਅਸੀਂ ਕੰਪੇਨ ਵੀ ਚਲਾਉਂਦੇ ਆ, ਗੱਲਬਾਤ ਵੀ ਚਲਾਉਂਦੇ ਆ, ਸਾਡਾ ਵਿਰੋਧ ਉਵੇਂ ਹੀ ਹੋਊਗਾ। ਜੇ ਕੋਈ ਅਣਸਖਾਵੀ ਘਟਨਾ ਵਾਪਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਊਗਾ। ਸੋ ਸੁਖਬੀਰ ਸਿੰਘ ਬਾਦਲ ਨੇ ਸਖਤੀ ਨਾਲ ਇਹ ਫੈਸਲਾ ਲਿਆ ਕਿ ਇਸ ਮੁਹਿੰਮ ਨੂੰ ਸਸਪੈਂਡ ਕਰਕੇ ਕਿਸਾਨਾਂ ਨਾਲ ਗੱਲਬਾਤ ਚਲਾਈ ਜਾਵੇ ਤੇ ਵਫਦ ਵੀ 3 ਮੈਂਬਰੀ ਬਣਾਤਾ। ਹੁਣ ਉਸ ਵਫਦ ਦੀ ਚਿੱਠੀ ਤੇ ਉਸ ਵਫਦ ਦੀ ਜਿਹੜੀ ਕਾਰਵਾਈ ਆ, ਉਹਦੇ ਆਧਾਰ ਦੇ ਉੱਤੇ ਜਿਹੜੀ 10 ਤਰੀਕ ਨੂੰ ਇਹ ਮੀਟਿੰਗ ਹੋਣੀ ਹੈ, ਉਹਦੇ ਚ ਅਕਾਲੀ ਦਲ ਸ਼ਾਮਲ ਹੋਊਗਾ। ਲੇਕਿਨ ਅਕਾਲੀ ਦਲ ਸ਼ਾਮਲ ਹੋਣ ਤੋਂ ਪਹਿਲਾਂ ਅੱਜ ਦਿਨ ਵੇਲੇ ਕੋਰ ਕਮੇਟੀ ਦੀ ਇੱਕ ਹੋਰ ਮੀਟਿੰਗ ਕਾਲ ਕਰਦਾ ਹੈ। ਹੁਣ ਅਕਾਲੀ ਦਲ ਕੋਲ ਰਸਤੇ ਕਿਹੜੇ ਬਚਦੇ ਆ, ਇਹ ਬੜਾ ਅਹਿਮ ਸਵਾਲ ਆ ਕਿ ਅਕਾਲੀ ਦਲ ਕੋਲ ਕਿੰਨੇ ਕੁ ਰਸਤੇ ਆ। ਉਹ ਕੱਲ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ 'ਚ ਲਏ ਜਾਣ ਵਾਲੇ ਸਟੈਂਡ ਦੀ ਪ੍ਰੋੜਤਾ ਕਰਨਗੇ। ਅੱਜ ਇਹ ਵਿਖਾਵਾ ਵੀ ਹੋਊਗਾ, ਰਸਮ ਵੀ ਹੋਊਗੀ ਕਿ ਉੱਥੇ ਅਕਾਲੀ ਦਲ ਦਾ ਸਟੈਂਡ ਕੀ ਹੋਵੇ। ਬੜਾ ਅਹਿਮ ਸਵਾਲ ਆ ਕਿ ਅਕਾਲੀ ਦਲ ਕੋਲ ਬਦਲ ਕਿੰਨੇ ਆ। ਅਕਾਲੀ ਦਲ ਕੋਲ ਕੋਈ ਬਦਲ ਨਹੀਂ ਸਿਵਾਏ ਇਸ ਗੱਲ ਦੇ ਕਿ ਅਕਾਲੀ ਦਲ ਕਿਸਾਨ ਮੋਰਚੇ ਵੱਲੋਂ ਲਏ ਜਾਣ ਵਾਲੇ ਫੈਸਲੇ ਨਾਲ ਸਹਿਮਤ ਹੋਵੇ। ਯਕੀਨਨ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਹੋਊਗਾ ਕਿ ਜੋ ਵੀ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦਾ ਜੋ ਵੀ ਸਿਆਸੀ ਸਰਗਰਮੀਆਂ ਨੂੰ ਲੈ ਕੇ ਫੈਸਲਾ ਹੋਊਗਾ, ਅਸੀਂ ਉਹਨੂੰ ਮੰਨਣ ਦੇ ਪਾਬੰਦ ਹੋਵਾਂਗੇ। ਕਿਉਂਕਿ ਅਤੀਤ ਵਿੱਚ ਸੁਖਬੀਰ ਸਿੰਘ ਬਾਦਲ ਔਰ ਅਕਾਲੀ ਲੀਡਰਸ਼ਿਪ ਬਾਰ-ਬਾਰ ਕਹਿੰਦੀ ਰਹੀ ਹੈ ਕਿ ਅਸੀਂ ਕਿਸਾਨਾਂ ਦਾ ਸਾਥ ਦਿੰਨੇ ਆ, ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਨੂੰ ਹਰ ਜਗ੍ਹਾ ਤੇ ਸਮਰਥਨ ਕਰਾਂਗੇ। ਵੱਡਾ ਸਵਾਲ ਆ ਕਿ
ਅਕਾਲੀ ਦਲ ਦਾ ਵੋਟ ਬੈਂਕ ਵੀ ਕਿਸਾਨੀ ਆ, ਅਕਾਲੀ ਦਲ ਦਾ ਵੋਟ ਬੈਂਕ ਵੀ ਕਿਸਾਨੀ ਜਮਾ ਪੰਥਕ ਹੈ। ਸੋ ਉਹਨਾਂ ਕੋਲ ਬਹੁਤੇ ਬਦਲ ਬਚੇ ਨਹੀਂ। ਐਸੀ ਸਥਿਤੀ ਦੇ ਵਿੱਚ ਅਕਾਲੀ ਦਲ ਉਹੀ ਫੈਸਲਾ ਕਰੂਗਾ ਜਾਂ ਉਹ ਫੈਸਲਾ ਲੈਣ ਲਈ ਆਪਣੇ ਨੁਮਾਇੰਦਿਆਂ ਨੂੰ ਹਾਮੀ ਭਰ ਕੇ ਭੇਜੂਗਾ ਕਿ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਫੈਸਲਾ ਲੈਣ ਉਹਦੇ ਨਾਲ ਸਹਿਮਤੀ ਜਤਾਈ ਜਾਵੇ। ਲੇਕਿਨ ਜੇ ਅਕਾਲੀ ਦਲ ਦੇ ਆਗੂ ਇਸ ਤਰੀਕੇ ਨਾਲ ਮੂਵ ਕਰ ਰਹੇ ਆ, ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਸਾਨ ਜਥੇਬੰਦੀਆਂ ਨੂੰ ਕਿ ਸਿਆਸੀ ਸਰਗਰਮੀ ਭਾਵੇਂ ਸੀਮਤ ਹੋਵੇ ਵਿੱਢੀ ਜਾਵੇ, ਤਾਂ ਜੇਕਰ ਸਿਆਸੀ ਸਰਗਰਮੀ ਨੂੰ ਰੋਕ ਲਾ ਦਿੰਦੀਆਂ ਨੇ ਕਿਸਾਨ ਜਥੇਬੰਦੀਆਂ, ਐਸੀ ਸਥਿਤੀ ਦੇ ਵਿੱਚ ਬੀਜੇਪੀ ਕੋਲ, ਕੇਂਦਰ ਦੀ ਸਰਕਾਰ ਕੋਲ ਇੱਕ ਬਹਾਨਾ ਹੋਊਗਾ, ਇਹ ਕਹਿਣ ਦਾ ਮੌਕਾ ਹੋਊਗਾ ਕਿ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਖੜੋਤ ਦਾ ਸ਼ਿਕਾਰ ਹੈ, ਰੋਕ ਦਿੱਤੀਆਂ ਗਈਆਂ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਸਿਆਸੀ ਸਰਗਰਮੀਆਂ 'ਚ ਹਿੱਸਾ ਨਹੀਂ ਲੈ ਰਹੀਆਂ। ਐਸੀ ਸਥਿਤੀ ਦੇ ਵਿੱਚ ਅਮਨ ਕਾਨੂੰਨ, ਐਸੀ ਸਥਿਤੀ ਦੇ ਵਿੱਚ ਖੜੋਤ ਦਾ ਸ਼ਿਕਾਰ ਹੋਇਆ ਸਮਾਜ ਕਹਿ ਕੇ ਸਖਤੀ ਦੀ ਸੰਭਾਵਨਾ ਬਣ ਸਕਦੀ ਹੈ। ਐਸੀ ਸਥਿਤੀ ਦੇ ਵਿੱਚ ਜਿੱਥੇ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਜੇਕਰ ਉਹ ਸਰੈਂਡਰ ਕਰ ਜਾਂਦੀਆਂ, ਬਾਹਾਂ ਖੜੀਆਂ ਕਰਦੀਆਂ, ਕਿਸਾਨ ਜਥੇਬੰਦੀਆਂ ਨੂੰ ਮਨਾਉਣ 'ਚ ਅਸਮਰਥ ਰਹਿੰਦੀਆਂ, ਤਾਂ ਕੇਂਦਰ ਕੋਲ ਖੁੱਲਾ ਹੱਥ ਹੋਊਗਾ ਕਿ ਉਹ ਕਿਸਾਨਾਂ ਨਾਲ ਚੱਲਦੇ ਟਕਰਾਅ 'ਚ ਕੋਈ ਵੀ ਫੈਸਲਾ ਲਵੇ। ਸੋ ਇਹ ਕਿਸਾਨ ਜਥੇਬੰਦੀਆਂ ਨੂੰ ਸੋਚਣਾ ਹੋਊਗਾ ਔਰ ਇਹਦੇ ਵਿੱਚ ਲੀਡਰਸ਼ਿਪ ਨੂੰ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਵਿਅਸਤ ਨੇ। ਕੈਪਟਨ ਅਮਰਿੰਦਰ ਸਿੰਘ ਆਪਣੇ ਜਿਹੜਾ ਕਾਟੋ ਕਲੇਸ਼ ਕਾਂਗਰਸ ਦਾ ਉਹਦੇ ਚ ਉਲਝੇ ਹੋਇਆ, ਉਹਨਾਂ ਕੋਲ ਫੁਰਸਤ ਹੀ ਨਹੀਂ ਕਿ ਉਹ ਵਾਈਡਰ ਪ੍ਰਸਪੈਕਟਿਵ ਦੇ ਵਿੱਚ ਪੰਜਾਬ ਦੇ ਹਿੱਤਾਂ ਨੂੰ ਦੇਖ ਸਕਣ, ਪੰਜਾਬ ਨਾਲ ਸੰਬੰਧਿਤ ਫੈਸਲਿਆਂ 'ਚ ਸ਼ਾਮਲ ਹੋ ਸਕਣ। ਪੰਜਾਬ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਫਿਲਹਾਲ ਮੁੱਦਿਆਂ ਤੋਂ ਪਰੇ ਨਿੱਜ ਤੱਕ ਸੀਮਤ ਆ। ਲੇਕਿਨ ਇਹੀ ਉਹ ਦੌਰ ਆ ਜਦੋਂ ਪੰਜਾਬ ਸਭ ਤੋਂ ਜ਼ਿਆਦਾ ਤਵੱਜੋ ਮੰਗ ਰਿਹਾ ਕਿ ਇਹਦੇ ਉੱਤੇ ਸਿਧਾਂਤਕ ਫੈਸਲੇ ਲਏ ਜਾਣ। ਮੈਂ ਜ਼ਿਕਰ ਕਰਨਾ ਚਾਹੂੰਗਾ, ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ, ਉਹਨਾਂ ਦੀ ਕ੍ਰੈਡੀਬਿਲਿਟੀ ਵੀ ਸਟੇਕ ਤੇ ਆ। ਬਲਬੀਰ ਸਿੰਘ ਰਾਜੇਵਾਲ ਔਰ ਖਾਸ ਤੌਰ ਤੇ ਅਜਮੇਰ ਸਿੰਘ ਲੱਖੋਵਾਲ ਬਾਰੇ ਅਤੀਤ ਵਿੱਚ ਬਹੁਤ ਸਾਰੀਆਂ ਵਿਸੰਗਤੀਆਂ ਰਹੀਆਂ ਨੇ। ਅਕਸਰ, ਕਿਉਂਕਿ ਮੈਂ ਮਾਫੀ ਮੰਗ ਲੈਣਾ, ਅੱਜ ਕੱਲ ਉਹ ਬਹੁਤ ਵੱਡੇ ਲੀਡਰ ਹੈ, ਅੱਜ ਉਹਨਾਂ ਦੀ ਕ੍ਰੈਡੀਬਿਲਿਟੀ ਸਿਖਰ ਤੇ ਆ, ਅੱਜ ਉਹ ਯੁੱਧ ਲੜਨ ਵਾਲਿਆਂ ਦੇ ਵਿੱਚ ਨੇ, ਸਿਆਣੇ ਸਮਝੇ ਜਾਂਦੇ ਆ। ਲੇਕਿਨ ਅਤੀਤ ਵਿੱਚ ਅਜਮੇਰ ਸਿੰਘ ਲੱਖੋਵਾਲ ਦੀ ਜਥੇਬੰਦੀ ਔਰ ਰਾਜੇਵਾਲ ਸਾਹਿਬ ਦਾ ਆਪਣਾ ਸਿਸਟਮ, ਉਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹ ਸਿਆਸੀ ਪਾਰਟੀਆਂ ਦੇ ਬਹੁਤ ਨੇੜੇ ਹੋ ਕੇ ਚੱਲਦੇ ਆ, ਨੈਗੋਸੀਏਸ਼ਨਸ ਚੱਲਦੀਆਂ ਰਹਿੰਦੀਆਂ ਨੇ, ਲੈਣ ਦੇਣ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਸੀਟਾਂ ਤੋਂ ਲੈ ਕੇ ਚੇਅਰਮੈਨੀਆਂ ਤੱਕ ਗੱਲਾਂ ਤੁਰਦੀਆਂ। ਔਰ ਰਾਜੇਵਾਲ ਸਾਹਿਬ ਦਾ ਟਰੈਕ ਰਿਕਾਰਡ ਵੀ ਨੈਗੋਸੀਏਸ਼ਨਸ ਵਾਲਾ ਹੀ ਰਿਹਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕੋਈ ਮੈਨੂੰ ਕੰਡੈਮ ਕਰੂਗਾ, ਲੇਕਿਨ ਉਹਨਾਂ ਦੇ ਕਰੈਕਟਰ, ਕਿਰਦਾਰ ਨੂੰ ਜਾਣਨ ਵਾਲੇ ਜਾਣਦੇ ਨੇ ਕਿ ਉਹ ਇੱਕ ਸਿਆਸੀ ਲੀਡਰ ਨੇ, ਉਹ ਸਿਆਸੀ ਕਦਾਵਰ ਲੀਡਰ ਆ। ਭਾਵੇਂ ਉਹਨਾਂ ਨੇ ਸਿਆਸਤ ਕਿਸਾਨੀ ਦੀ ਕੀਤੀ, ਲੇਕਿਨ ਜਦੋਂ ਦੀ ਮੁਹਿੰਮ ਚੱਲੀ ਆ ਕਿਸਾਨੀ ਵਾਲੀ, ਉਦੋਂ ਉਹਨਾਂ ਨੇ ਆਪਣਾ ਜ਼ੋਰ ਵਿਖਾਇਆ, ਜਲਵਾ ਵਿਖਾਇਆ। ਅੱਜ ਉਹਨਾਂ ਤੇ ਕੋਈ ਉਂਗਲ ਨਹੀਂ ਉੱਠਦੀ, ਲੇਕਿਨ ਉਹਨਾਂ ਇੱਕ ਦੂਜੇ ਆਗੂ ਜਿਹੜੇ ਜੋਗਿੰਦਰ ਸਿੰਘ ਅਗਰਾਹਾਂ, ਉਹਨਾਂ ਤੇ ਵੀ ਅੱਜ ਤੱਕ ਕੋਈ ਉਂਗਲ ਨਹੀਂ ਉੱਠਦੀ। ਇਹਨਾਂ ਲੋਕਾਂ ਨੂੰ ਸੋਚਣਾ ਹੋਊਗਾ ਕਿ ਕੀ ਅਸੀਂ ਕੇਂਦਰ ਵੱਲੋਂ ਸੁੱਟੇ ਜਾ ਰਹੇ ਜਾਲ ਦਾ ਹਿੱਸਾ ਹੋ ਰਹੇ। ਕੇਂਦਰ ਪੰਜਾਬ ਦੀ ਰਾਜਨੀਤਿਕ ਵਿਵਸਥਾ ਨੂੰ ਨੇੜਿਓਂ ਵੇਖ ਰਿਹਾ, ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ, ਤੇ ਉਹਨਾਂ ਨੂੰ ਪਤਾ ਵੀ ਆ, ਉਹਨਾਂ ਦੀਆਂ ਅੱਖਾਂ ਕੰਨ ਬਹੁਤ ਜ਼ਿਆਦਾ ਨੇ, ਸਰਕਾਰਾਂ ਕੋਲ ਸਾਧਨ ਬਹੁਤ ਹੁੰਦੇ ਆ। ਮੈਂ ਤਾਂ ਬਹੁਤ ਛੋਟਾ ਬੰਦਾ ਹੈ, ਬਹੁਤ ਤੁਸੀਂ ਜਾਣਨ ਵਾਲੇ ਜਾਣਦੇ ਹੋ ਕਿ ਸਰਕਾਰਾਂ ਕਿਸ ਹੱਦ ਤੱਕ ਜਾਂਦੀਆਂ ਔਰ ਪੰਜਾਬ ਨੇ ਕਿੰਨਾ ਭੁਗਤਿਆ। ਮੈਨੂੰ ਅਜੇ ਵੀ ਯਾਦ ਹੈ, ਰਾਹੁਲ ਗਾਂਧੀ ਜਦੋਂ ਉਹਨਾਂ ਦੀ ਬਤੌਰ ਮੀਤ ਪ੍ਰਧਾਨ ਤਾਜਪੋਸ਼ੀ ਹੁੰਦੀ ਹੈ ਪਹਿਲੀ ਵਾਰੀ, ਤੇ ਉਹ ਆਪਣੇ ਸੰਬੋਧਨ ਵਿੱਚ ਇੱਕ ਗੱਲ ਕਰਦੇ ਆ ਕਿ ਮੇਰੀ ਮਦਰ ਨੇ ਰਾਤੀ ਮੈਨੂੰ ਕਿਹਾ ਸੀਗਾ ਕਿ ਸੱਤਾ ਜ਼ਹਿਰ ਹੁੰਦੀ ਆ। ਹੁਣ ਸੱਤਾ ਜ਼ਹਿਰ ਉਹਨਾਂ ਲਈ ਹੁੰਦੀ ਆ ਜਿਹੜੇ ਜ਼ਹਿਰ ਬੀਜਦੇ ਆ ਜਾਂ ਜ਼ਹਿਰ ਦੀ ਖੇਤੀ ਕਰਦੇ ਆ, ਲੇਕਿਨ ਪੰਜਾਬ ਦੇ ਲੋਕਾਂ ਲਈ ਸੱਤਾ ਸਦਾ ਹੀ ਜ਼ਹਿਰ ਬਣੀ ਰਹੀ। ਇਹ ਬੜਾ ਵੱਡਾ ਸਵਾਲ ਆ ਕਿ ਸੱਤਾ ਨੇ ਪੰਜਾਬ ਨੂੰ ਹਮੇਸ਼ਾ ਉਵੇਂ ਵਰਤਿਆ ਜਿਵੇਂ ਉਹਨੂੰ ਵਰਤਣਾ ਚਾਹੀਦਾ ਹੈ। ਕਈ ਵਾਰੀ ਪੰਜਾਬ ਨੂੰ ਪੂਰੇ ਦੇਸ਼ ਦੇ ਨਜ਼ਰੀਓਂ ਪੰਜਾਬ ਨੂੰ ਮੁੱਦਾ ਬਣਾ ਲਿਆ ਜਾਂਦਾ ਤੇ ਪੂਰੇ ਦੇਸ਼ ਵਿੱਚ ਇਲੈਕਸ਼ਨ ਜਿੱਤੀ ਜਾਂਦੀ ਆ। ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ। ਇੱਕ ਲੇਟੈਸਟ ਟਿੱਪਣੀ ਤੁਹਾਨੂੰ ਇਹ ਸ਼ਾਇਦ ਬਹੁਤ ਜ਼ਿਆਦਾ ਸੀਰੀਅਸ ਨਾ ਲੱਗੇ, ਲੇਕਿਨ ਪਾਕਿਸਤਾਨ ਔਰ ਚੀਨ ਨਾਲ ਮਿਲਾਉਣ ਵਾਲੀ ਬੀਜੇਪੀ ਆਗੂਆਂ ਦੀ ਟਿੱਪਣੀ ਸੰਜੀਦਾ ਟਿੱਪਣੀ ਨਹੀਂ ਹੈ। ਇਹਦਾ ਅਸਰ ਪੰਜਾਬ ਦੇ ਵਿੱਚ ਭਾਵੇਂ ਬੇਸ਼ੱਕ ਬਹੁਤ ਘੱਟ ਹੋਵੇ, ਲੇਕਿਨ ਪੰਜਾਬ ਤੋਂ ਬਾਹਰ ਜਦੋਂ ਐਸੀਆਂ ਟਿੱਪਣੀਆਂ ਜਾਂਦੀਆਂ, ਉਹ ਵੀ ਕਿਸੇ ਵੱਡੀ ਪਾਰਟੀ ਦੇ ਆਗੂਆਂ ਵੱਲੋਂ, ਤਾਂ ਉਹਦੇ ਅਰਥ ਕੱਢੇ ਜਾਂਦੇ ਆ। ਉਹਨੂੰ ਇਸ ਖਿੱਤੇ ਦੇ ਲੋਕਾਈ ਨਾਲ ਜੋੜ ਕੇ ਦੇਖਿਆ ਜਾਂਦਾ, ਕਮਿਊਨਿਟੀ ਨਾਲ ਜੋੜ ਕੇ ਦੇਖਿਆ ਜਾਂਦਾ। ਸੋ ਬਹੁਤ ਸੈਂਸਿਟਿਵ ਦੌਰ 'ਚ ਅਸੀਂ ਦਾਖਲ ਹੋ ਰਹੇ ਹਾਂ ਕਿ ਇੱਕ ਵਾਰੀ
ਪੰਜਾਬ ਨੂੰ ਫਿਰ ਭੱਠੀ ਵਾਲੀ ਸਥਿਤੀ ਚ ਪਾ ਕੇ ਬਾਕੀ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਦੀ ਗੱਲ ਵੀ ਸੋਚੀ ਜਾ ਸਕਦੀ ਹੈ, ਸੰਭਵ ਹੋ ਸਕਦੀ ਹੈ। ਸੋ ਜਦੋਂ 10 ਤਰੀਕ ਵਾਲੇ ਦਿਨ, ਆਉਂਦੇ ਦਿਨ, ਕੱਲ ਦੇ ਦਿਨ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਨੂੰ ਲੈ ਕੇ ਫੈਸਲਾ ਲੈਣਗੀਆਂ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਰੇ ਪੋਜ਼ਿਟਿਵ ਨੈਗੇਟਿਵ ਦੇਖਣ ਤੋਂ ਬਾਅਦ ਫੈਸਲਾ ਲੈਣ ਕਿ 1992 ਦੇ ਵਿੱਚ ਜਿਹੜੀ ਬਾਈਕਾਟ ਦੀ ਰਾਜਨੀਤੀ ਸੀਗੀ ਉਹਦੇ ਵਿੱਚ ਔਰ ਅੱਜ ਦੇ ਹਾਲਾਤ ਵਿੱਚ ਭਾਵੇਂ ਜ਼ਮੀਨ ਅਸਮਾਨ ਦਾ ਅੰਤਰ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਸ ਵੇਲੇ ਵੀ ਕੇਂਦਰ ਦੀ ਗਵਰਨਮੈਂਟ ਨੂੰ ਤੇ ਅੱਜ ਵੀ ਕੇਂਦਰ ਦੀ ਗਵਰਨਮੈਂਟ ਨੂੰ ਬਹਾਨਾ ਜ਼ਰੂਰ ਮਿਲਦਾ ਹੈ। ਪੰਜਾਬ ਨੂੰ ਜੇ ਸਟਰਕ ਕਰ ਦਿਓਗੇ, ਅਗਲੇ ਤੁਹਾਨੂੰ ਉਸੇ ਵੇਲੇ ਤਾਕਤ ਨਾਲ ਅੱਗੇ ਵਧਾਉਣਗੇ। ਬਹੁਤ ਅਹਿਮ ਸਵਾਲ ਆ ਕਿ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦਾ ਜਦੋਂ ਜ਼ਿਕਰ ਕਰਦੇ ਆ, ਕੇਜਰੀਵਾਲ ਦੇ ਸ਼ਾਇਦ ਸਰੋਕਾਰ ਪੰਜਾਬ ਨਾਲ ਨਹੀਂ ਜੁੜੇ। ਪੰਜਾਬ ਦੀ ਜਿਹੜੀ ਕਲਚਰਲ ਜਿਹੜੀਆਂ ਲੋੜਾਂ ਨੇ, ਪੰਜਾਬ ਦਾ ਜਿਹੜਾ ਖਾਸਾ ਹੈ, ਕੇਜਰੀਵਾਲ ਦੀ ਸਮਝ ਤੋਂ ਅਜੇ ਪਰੇ ਆ। ਪੰਜਾਬ ਦੀ ਲੀਡਰਸ਼ਿਪ ਕੇਜਰੀਵਾਲ ਨੂੰ ਇਹ ਸਮਝਾਉਣ 'ਚ ਵੀ ਅਸਮਰਥ ਆ। ਸੋ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਜਾਂ ਹੋਰ ਸੁਹਿਰਦ ਧਿਰਾਂ ਪੰਜਾਬ ਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਸਿਆਣੇ ਆਗੂ, ਉਹਨਾਂ ਦੇ ਕੋਲ ਇਹ ਰਾਹ ਹੈ ਕਿ ਉਹ ਕਿਸ ਤਰੀਕੇ ਨਾਲ ਇਹਨੂੰ ਆਂਕਣ ਤੇ ਕਿਵੇਂ ਅੱਗੇ ਵਧਾਉਣ। ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਨਹੀਂ ਰੁਕਣੀਆਂ ਚਾਹੀਦੀਆਂ। ਸਾਨੂੰ ਕਿਸੇ ਵੀ ਹਥਿਆਰ ਦਾ ਦਸਤਾ ਨਹੀਂ ਬਣਨਾ ਚਾਹੀਦਾ। ਇਹ ਕੁਹਾੜਾ, ਇਹ ਹਥਿਆਰ, ਇਹ ਸਾਡੀਆਂ ਜੜ੍ਹਾਂ ਵੱਢਣ ਤੇ ਹੋਣਾ। ਸੋ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਠੀਕ ਹੈ, ਅੰਦੋਲਨ ਆਪਣੀ ਜਗ੍ਹਾ ਹੈ, ਉਹ ਅੰਦੋਲਨ ਕਾਮਯਾਬ ਹੋਣਾ ਚਾਹੀਦਾ, ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ। ਲੇਕਿਨ ਇਸ ਵੇਲੇ ਜਿਸ ਸਥਿਤੀ 'ਚ ਅਸੀਂ ਖੜੇ ਹਾਂ, ਉਸ ਸਥਿਤੀ ਦੇ ਵਿੱਚ ਪੰਜਾਬ ਹਰ ਪੱਖ ਤੋਂ ਡਾਵਾਂਡੋਲ ਆ। ਆਰਥਿਕ ਤੌਰ ਤੇ ਇੰਡਸਟਰੀ ਨੂੰ ਲੈ ਲਓ, ਹਰ ਜਗ੍ਹਾ ਜਿੱਥੇ ਵੀ ਅਸੀਂ ਮਾਰ ਖਾ ਰਹੇ ਹਾਂ, ਪੰਜਾਬ ਦੀਆਂ ਸੁਹਿਰਦ ਧਿਰਾਂ ਮੁੱਦਿਆਂ ਤੋਂ ਪਾਸੇ ਜਾ ਕੇ ਕੁਰਸੀ ਨਾਲ ਚਿੰਬੜਨ ਦੀ ਰਾਜਨੀਤੀ ਤੱਕ ਸੀਮਤ ਆ। ਇਸ ਹਮਾਮ ਦੇ ਵਿੱਚ ਕਿਸੇ ਨੂੰ ਤੁਸੀਂ ਵੱਖਰਾ ਕਰਕੇ ਨਹੀਂ ਵੇਖ ਸਕਦੇ। ਸਭ ਨੰਗੇ ਨੇ ਔਰ ਨੰਗ ਇੰਨੇ ਕਰੂਪ ਨੇ, ਉਹਨਾਂ ਦਾ ਜ਼ਿਕਰ ਕਰਨਾ ਵੀ ਗੈਰ ਵਾਜਬ ਲੱਗਦਾ ਹੈ। ਲੇਕਿਨ ਫਿਰ ਵੀ ਸਮਝ ਕੇ, ਸੋਚ ਕੇ ਚੱਲਣ ਦੀ ਜ਼ਰੂਰਤ ਆ। ਮਤਾ ਐਸਾ ਨਾ ਹੋਵੇ ਕਿ ਅਸੀਂ ਫਿਰ ਇੱਕ ਵਾਰੀ ਬਹੁਤ ਹਨੇਰੀ ਗੁਫਾ 'ਚ ਦਾਖਲ ਹੋ ਜਾਈਏ, ਜਿੱਥੋਂ ਰਾਹ ਰਸਤੇ ਤਲਾਸ਼ਣੇ ਔਖੇ ਹੋਣ, ਇੱਕ ਅੱਧੀ ਪੀੜ੍ਹੀ ਫਿਰੇ ਦੀ ਭੇਂਟ ਹੋਵੇ। ਅੱਗੇ ਜਾਣ ਲਈ ਤੁਹਾਨੂੰ ਅਤੀਤ ਦੀਆਂ ਗਲਤੀਆਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਤੇ ਉਹ ਰੱਸੇ ਪੈੜੇ ਵੱਟ ਲੈਣੇ ਚਾਹੀਦੇ ਆ, ਜਿਨ੍ਹਾਂ ਨਾਲ ਅਸੀਂ ਅੱਗੇ ਵੱਧ ਸਕੀਏ। ਟਕਰਾਅ ਸਦਾ ਠੀਕ ਨਹੀਂ ਹੁੰਦਾ, ਲੇਕਿਨ ਜੇਕਰ ਜੈਨੂਇਨ ਨੈਗੋਸੀਏਸ਼ਨਸ ਨਾਲ ਅੱਗੇ ਵਧਿਆ ਜਾ ਸਕਦਾ ਤਾਂ ਵਧਣਾ ਚਾਹੀਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।